किताब विपरन की रीत तो सच दा मार्ग भाग 11वां तीजे कांड दा 5वां भाग वरां सरापां अथवा असीसां बद असीसां दा विपरी माया जाल ਅਤੇ ਭਾਗ 6ਵਾਂ ਵਰ ਸਰਾਪ ਅਸੀਸਾਂ ਬਦ ਅਸੀਸਾਂ ਅਤੇ ਗੁਰਮਤ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਜ਼ੁਰਗਾਂ ਦਾ ਸਤਿਕਾਰ ਕਰਕੇ ਉਹਨਾਂ ਕੋਲੋਂ ਅਸੀਸ ਲੈਣ ਦਾ ਉਤਸ਼ਾਹ ਅਤੇ ਉਹਨਾਂ ਨੂੰ ਦੁਖੀ ਕਰਨ ਨਾਲ ਉਹਨਾਂ ਦੇ ਮੂੰਹੋਂ ਬਦ ਅਸੀਸ ਨਿਕਲਣ ਦਾ ਡਰ ਵਡੇਰਿਆਂ ਦਾ ਮਾਣ ਸਤਿਕਾਰ ਬਣਾਈ ਰੱਖਣ ਲਈ ਚੰਗੇ ਉਦਮ ਸਮਝੇ ਜਾ ਸਕਦੇ ਹਨ। ਪਰ ਬ੍ਰਾਹਮਣ ਦੀ ਸਵਾਰਥ ਸਿੱਧੀ ਵਾਲੀ ਕੁਟਲਤਾ ਨੇ ਵਰਾਂ ਅਤੇ ਸਰਾਪਾਂ ਅਥਵਾ ਆਸ਼ੀਰਵਾਦਾਂ ਅਤੇ ਬਦ ਅਸੀਸਾਂ ਨੂੰ ਅਜਿਹੀ ਦੁਖਦਾਈ ਲੁੱਟ ਦਾ ਸਾਧਨ ਬਣਾਇਆ ਜੋ ਅੱਜ ਵੀ ਨਿਰੰਤਰ ਜਾਰੀ ਹੈ। ਬ੍ਰਾਹਮਣ ਦੀ ਸਰਬ ਉੱਚਤਾ ਦਾ ਭੈ ਬਣਾਈ ਰੱਖਣ ਵਾਸਤੇ ਬ੍ਰਾਹਮਣਾਂ ਦੇ ਅਥਵਾ ਬ੍ਰਾਹਮਣ ਰਿਸ਼ੀਆਂ ਦੇ ਸਰਾਪਾਂ ਕਾਰਨ ਰਾਜਿਆਂ ਮਹਾਰਾਜਿਆਂ ਦਾ ਸਰਬਨਾਸ਼ ਹੁੰਦਾ ਧਰਮ ਗ੍ਰੰਥਾਂ ਵਿੱਚ ਦਰਸਾ ਦਿੱਤਾ। ਮਨੁੱਖ ਤਾਂ ਕਿਤੇ ਰਿਹਾ, ਬ੍ਰਾਹਮਣ ਦੇ ਸਰਾਪ ਨਾਲ ਵੱਡੇ ਤੋਂ ਵੱਡੇ ਦੇਵਤਿਆਂ ਨੂੰ ਵੀ ਮੁਸੀਬਤਾਂ ਬਣਦੀਆਂ ਦਰਸਾਈਆਂ ਗਈਆਂ। ਬ੍ਰਾਹਮਣੀ ਵਰ ਅਤੇ ਸਰਾਪ ਦੀ ਸ਼ਕਤੀ ਦਾ ਭੈ ਦੇਵਤਿਆਂ ਦੀ ਸ਼ਕਤੀ ਨਾਲੋਂ ਵੀ ਕਿਤੇ ਵੱਧ ਡਰਾਉਣਾ ਭਰਮ ਲੋਕਾਂ ਦੇ ਹਿਰਦਿਆਂ ਵਿੱਚ ਬਿਠਾ ਦੇਣਾ ਬ੍ਰਾਹਮਣੀ ਲੁੱਟ ਨੀਤੀ ਵਾਲੀ ਯੋਜਨਾ ਦਾ ਜ਼ਰੂਰੀ ਅੰਗ ਸੀ। ਧਰਮ ਗ੍ਰੰਥਾਂ ਵਿੱਚ ਇੱਥੋਂ ਤੱਕ ਲਿਖ ਦਿੱਤਾ ਕਿ ਬ੍ਰਾਹਮਣਾਂ ਦੇ ਸਰਾਪ ਨਾਲ ਪ੍ਰਭੂ ਦੇ ਮਹੱਲਾਂ ਦੇ ਦੁਆਰਪਾਲ ਰਾਖਸ਼ ਬਣ ਗਏ ਸਨ। ਇਹ ਗਾਥਾ ਵਿਦਿਆ ਦੀਆਂ ਕਰਾਮਾਤਾਂ ਵਾਲੇ ਪ੍ਰਕਰਨ ਵਿੱਚ ਆ ਚੁੱਕੀ ਹੈ। ਬ੍ਰਾਹਮਣੀ ਸਰਾਪ ਕਾਰਨ ਹੋਣ ਵਾਲੀਆਂ ਤਬਾਹੀਆਂ ਨਾਲ ਜੁੜੀਆਂ ਕੁਝ ਸਾਖੀਆਂ ਵੀ ਪੜ੍ਹ ਚੁੱਕੇ ਹਾਂ। ਆਪਣੇ ਵਫਾਦਾਰ ਸੇਵਕਾਂ ਨੂੰ ਬ੍ਰਾਹਮਣ ਦੇ ਸਰਾਪ ਤੋਂ ਮੁਕਤ ਕਰਾ ਸਕਣ ਦੀ ਸ਼ਕਤੀ ਅਥਵਾ ਦਲੇਰੀ ਪ੍ਰਭੂ ਵਿੱਚ ਵੀ ਨਹੀਂ ਸੀ। ਹਿੰਦੂਆਂ ਦਾ ਕੋਈ ਵੀ ਅਜਿਹਾ ਧਰਮ ਗ੍ਰੰਥ ਨਹੀਂ ਹੈ ਜਿਸ ਵਿੱਚ ਬ੍ਰਾਹਮਣ ਅਥਵਾ ਬ੍ਰਾਹਮਣ ਰਿਖੀਆਂ ਦੇ ਵਰਾਂ ਸਰਾਪਾਂ ਦੀਆਂ ਅਦਭੁਤ ਗਥਾਵਾਂ ਨਾ ਹੋਣ। ਭਗਵਾਨ ਰਾਮ ਅਤੇ ਉਸ ਦੇ ਤਿੰਨੇ ਭਾਈ ਕ੍ਰਿਸ਼ਨ, ਦੇਵੀ ਕੰਨਿਆ ਜੋ ਯਸ਼ੋਧਰਾ ਦੇ ਘਰ ਪੈਦਾ ਹੋ ਕੇ ਕ੍ਰਿਸ਼ਨ ਦੇ ਵੱਟੇ ਕੰਸ ਦੇ ਹੱਥੋਂ ਮਾਰੀ ਜਾਣ ਲਈ ਕੈਦਖਾਨੇ ਪਹੁੰਚਾਈ ਗਈ ਸੀ। ਪੰਜੇ ਭਰਾ ਪਾਂਡੂ ਕਿਰਪਾਚਾਰੀਆ, ਦਰੋਣਾਚਾਰੀਆ, ਮਹਾਦਾਨੀ ਕਰਨ, ਦ੍ਰੋਪਦੀ, ਭਵਾਨੀ ਸੀਤਾ ਆਦਿ ਬ੍ਰਾਹਮਣਾਂ ਦੇ ਵਰਾਂ ਦੀ ਕਰਾਮਾਤ ਦੀ ਉਪਜ ਹੀ ਤਾਂ ਸਨ। ਇਹ ਵੀ ਹਿੰਦੂਆਂ ਦੇ ਧਰਮ ਗ੍ਰੰਥਾਂ ਵਿੱਚੋਂ ਹੀ ਮਿਲਦਾ ਹੈ ਕਿ ਸ੍ਰੀ ਰਾਮ ਚੰਦਰ ਨੂੰ ਬ੍ਰਾਹਮਣ ਰਿਖੀ ਦੇ ਸਰਾਪ ਦਾ ਹੀ ਫਲ ਸੀ ਜੋ ਉਹ ਸਾਰੀ ਉਮਰ ਪਤਨੀ ਵਿਯੋਗ ਵਿੱਚ ਹਉਕੇ ਲੈਂਦੇ ਰਹੇ ਸਨ। ਬ੍ਰਾਹਮਣ ਦੇ ਸਰਾਪ ਦੀ ਸ਼ਕਤੀ ਨਾਲ ਰਾਜਾ ਦਸ਼ਰਥ, ਮਹਾਰਾਜ ਪਾਂਡੂ ਬੁਰੇ ਹਾਲੀ ਮਰਦੇ ਵਿਖਾਉਣ ਤੇ ਬ੍ਰਾਹਮਣ ਦੀ ਤਸੱਲੀ ਨਾ ਹੋਈ ਤਾਂ ਫਿਰ ਇਥੋਂ ਤਾਈਂ ਲਿਖ ਦਿੱਤਾ ਕਿ ਭਗਵਾਨ ਕ੍ਰਿਸ਼ਨ ਅਤੇ ਉਸ ਦੇ ਖਾਨਦਾਨ ਦਾ ਸਰਬਨਾਸ਼ ਦੁਰਬਾਸ਼ਾ ਨਾਮੀ ਬ੍ਰਾਹਮਣ ਰਿਖੀ ਦੇ ਸਰਾਪ ਕਾਰਨ ਹੋਇਆ ਸੀ। ਇਹਨਾਂ ਕਹਾਣੀਆਂ ਦਾ ਅਸਰ ਇਹ ਹੋਇਆ ਕਿ ਲੋਕ ਬ੍ਰਾਹਮਣ ਨੂੰ ਭਗਵਾਨ ਸਮਝਣ ਲੱਗ ਪਏ ਅਤੇ ਬ੍ਰਾਹਮਣ ਦੇ ਪਹਿਰਾਵੇ ਭੇਖ ਨੂੰ ਸ਼ਕਤੀਮਾਨ ਦੇਵਤੇ ਦਾ ਬਾਣਾ ਸਮਝ ਕੇ ਡੰਡੌਤਾਂ ਕਰਨ ਲੱਗ ਪਏ। ਬ੍ਰਾਹਮਣੀ ਭੇਖ ਵਾਲੇ ਦੀ ਹਰ ਮੰਗ ਪੂਰੀ ਕਰਨੀ ਧਰਮ ਕਰਮ ਬਣ ਗਿਆ। ਬ੍ਰਾਹਮਣੀ ਪੁਸ਼ਾਕੇ ਦੀ ਫਿਰ ਏਡੀ ਠੋਕ ਵੱਜ ਤੁਰੀ ਕਿ ਜਦ ਕਦੇ ਕਿਸੇ ਨਾਲ ਠੱਗੀ ਮਾਰਨ ਦੀ ਲੋੜ ਪ੍ਰਭੂ ਜੀ ਨੂੰ ਆ ਪਈ ਤਾਂ ਭਗਵਾਨ ਨੇ ਵੀ ਬ੍ਰਾਹਮਣ ਦਾ ਭੇਖ ਬਣਾ ਲੈਣ ਵਿੱਚ ਹੀ ਆਪਣੀ ਕਾਮਯਾਬੀ ਲੁਕੀ ਵੇਖ ਲਈ। ਰਾਜੇ ਬਲ ਨੂੰ ਠੱਗਣ ਲਈ 52 ਅਵਤਾਰ ਬ੍ਰਾਹਮਣ ਦੇ ਭੇਖ ਵਿੱਚ ਹੀ ਗਿਆ ਲਿਖਿਆ ਮਿਲਦਾ ਹੈ। ਜਲੰਧਰ ਦੈਂਤ ਨੂੰ ਧੋਖਾ ਦੇਣ ਲਈ ਭਗਵਾਨ ਵਿਸ਼ਨੂੰ ਜੀ ਬ੍ਰਾਹਮਣ ਦਾ ਹੀ ਭੇਖ ਧਾਰ ਕੇ ਉਸ ਕੋਲ ਗਏ ਸਨ। ਦੈਂਤ ਨੇ ਬ੍ਰਾਹਮਣ ਸਮਝ ਕੇ ਵਿਸ਼ਨੂੰ ਦੀ ਪੂਜਾ ਕੀਤੀ ਅਤੇ ਉਸ ਦੀ ਮੰਗ ਪੂਰੀ ਕੀਤੀ। ਸੇਵਾ ਦੇ ਬਦਲੇ ਵਿੱਚ ਵਿਸ਼ਨੂੰ ਜੀ ਨੇ ਉਸ ਦੀ ਪਤੀਵ੍ਰਤਾ ਇਸਤਰੀ ਦਾ ਸਤ ਭੰਗ ਕੀਤਾ, ਜਿਸ ਕਾਰਨ ਜਲੰਧਰ ਸ਼ਿਵ ਜੀ ਦੇ ਹੱਥੋਂ ਮਾਰੇ ਜਾਣ ਦੀ ਗਾਥਾ ਬ੍ਰਾਹਮਣ ਨੇ ਹੀ ਲਿਖੀ ਹੈ। ਮਹਾਦਾਨੀ ਕਰਨ ਕੋਲੋਂ ਉਸ ਦਾ ਕਵਚ ਅਤੇ ਕੁੰਡਲ ਠੱਗਣ ਲਈ ਦੇਵਰਾਜ ਇੰਦਰ ਵੀ ਬ੍ਰਾਹਮਣ ਬਣ ਕੇ ਹੀ ਗਿਆ। ਪਾਂਡਵ ਭਰਾਵਾਂ ਨੇ ਬ੍ਰਾਹਮਣਾਂ ਦੇ ਭੇਖ ਵਿੱਚ ਵਿਚਰਦਿਆਂ ਹੀ ਦ੍ਰੋਪਦੀ ਨਾਲ ਪੰਜਾਂ ਨੇ ਵਿਆਹ ਕੀਤਾ ਸੀ। ਜਰਾਸੰਧ ਨੂੰ ਮਾਰਨ ਲਈ ਕ੍ਰਿਸ਼ਨ, ਅਰਜੁਨ ਅਤੇ ਭੀਮ ਬ੍ਰਾਹਮਣ ਦੇ ਭੇਖ ਵਿੱਚ ਗਏ ਸਨ ਅਤੇ ਇਹੋ ਜਿਹਾ ਹੋਰ ਕਈ ਕੁਝ ਹੈ।
ਅਜਿਹੀਆਂ ਕਈ ਕਹਾਣੀਆਂ ਬ੍ਰਾਹਮਣੀ ਗ੍ਰੰਥਾਂ ਵਿੱਚ ਹਨ ਜਿਨ੍ਹਾਂ ਤੋਂ ਬ੍ਰਾਹਮਣ ਦੀ ਸਰਬ ਉੱਚਤਾ ਅਥਵਾ ਪਰਮ ਉੱਚਤਾ ਪ੍ਰਗਟ ਹੁੰਦੀ ਹੈ। ਇਹ ਸਾਰਾ ਪ੍ਰਪੰਚ ਜੋ ਬ੍ਰਾਹਮਣੀ ਲੁੱਟ ਨੀਤੀ ਵਾਲੀ ਖਤਰਨਾਕ ਯੋਜਨਾ ਅਧੀਨ ਘੜਿਆ ਗਿਆ ਸੀ, ਲੰਬੇ ਸਮੇਂ ਤਾਈਂ ਪ੍ਰਚਾਰੇ ਜਾਣ ਕਾਰਨ ਹਿੰਦੂ ਧਰਮ ਦਾ ਅਨਿੱਖੜਵਾਂ ਅੰਗ ਬਣ ਗਿਆ। ਬ੍ਰਾਹਮਣ ਦੀਆਂ ਆਪਣੀਆਂ ਹੀ ਲਿਖਤਾਂ ਵਿੱਚ ਸਪਸ਼ਟ ਹੋ ਜਾਂਦਾ ਹੈ ਕਿ ਵਾਰ ਸਰਾਪ, ਅਸੀਸਾਂ, ਵੱਧ ਅਸੀਸਾਂ ਕੇਵਲ ਫੋਕਟ ਮਾਇਆ ਜਾਲ ਹੀ ਹੈ। ਜਿਵੇਂ ਰਮਾਇਣ ਗਾਥਾ ਦੀ ਵੀਡੀਓ ਤਸਵੀਰ ਵਿੱਚ ਭਗਵਾਨ ਰਾਮਚੰਦਰ ਜੀ ਨੂੰ ਬ੍ਰਹਮ ਰਿਸ਼ੀਆਂ ਦੇ ਆਸ਼ਰਮਾਂ ਤੇ ਪੁੱਜ ਕੇ ਉਹਨਾਂ ਤੋਂ ਆਸ਼ੀਰਵਾਦ ਲੈਂਦਾ ਵਿਖਾਇਆ ਗਿਆ ਹੈ। ਪਰ ਰਾਵਣ ਨਾਲ ਹੋਈ ਜੰਗ ਵਿੱਚ ਕਿਸੇ ਆਸ਼ੀਰਵਾਦ ਨੇ ਕੁਝ ਨਹੀਂ ਸੀ ਸਵਾਰਿਆ। ਸ੍ਰੀ ਰਾਮ ਅਤੇ ਲక్ష్మణ ਦੋਹਾਂ ਦੀ ਜਾਨ ਨਾਗ ਪਾਸ਼ ਵਿੱਚ ਕਾਬੂ ਆ ਕੇ ਸੁਆਸਾਂ ਦੀ ਡੋਰ ਟੁੱਟਣ ਤੇ ਆ ਗਈ ਸੀ ਅਤੇ ਇੰਦਰਜੀਤ ਦੀ ਬਰਛੀ ਨਾਲ ਲక్ష్మణ ਦੀ ਜਾਨ ਇੱਕ ਰਾਤ ਦੀ ਪ੍ਰਾਹੁਣੀ ਸੀ। ਦੋਹੀਂ ਥਾਈਂ ਕਿਸੇ ਰਿਸ਼ੀ ਮੁਨੀ ਜਾਂ ਦੇਵਤੇ ਦੇ ਵਰ ਜਾਂ ਆਸ਼ੀਰਵਾਦ ਨੇ ਕੱਖ ਨਹੀਂ ਸੀ ਸਵਾਰਿਆ। ਦੋਹੀਂ ਥਾਈਂ ਹਨੂਮਾਨ ਦੀ ਦ੍ਰਿੜਤਾ ਅਤੇ ਹਿੰਮਤ ਕੰਮ ਆਉਂਦੀ ਬ੍ਰਾਹਮਣ ਨੇ ਆਪ ਹੀ ਵਿਖਾਈ ਹੈ। ਫਿਰ ਲੜਾਈ ਜਿੱਤਣ ਦਾ ਸਿਹਰਾ ਵੀ ਭਵੀਖਣ ਦੀ ਆਪਣੇ ਸਕੇ ਭਾਈ ਰਾਵਣ ਨਾਲ ਗਦਾਰੀ ਦੇ ਸਿਰ ਬੰਨ੍ਹਦਾ ਸ੍ਰੀ ਰਾਮ ਜੀ ਨੂੰ ਦਰਸਾਇਆ ਹੋਇਆ ਹੈ। ਸੈਂਕੜੇ ਆਸ਼ੀਰਵਾਦਾਂ ਜੋ ਰਾਮ ਜੀ ਨੂੰ ਮਿਲੀਆਂ ਸਨ, ਉਹਨਾਂ ਵਿੱਚੋਂ ਕਿਸੇ ਇੱਕ ਦਾ ਕੋਈ ਚਮਤਕਾਰ ਹੁੰਦਾ ਨਹੀਂ ਵਿਖਾਇਆ ਜਾ ਸਕਿਆ। ਰਾਮ ਜੀ ਅਤੇ ਦੇਵੀ ਸੀਤਾ ਜੀ ਦੀ ਸਾਰੀ ਜ਼ਿੰਦਗੀ ਸੂਲਾਂ ਦੀ ਸੇਜ ਤੇ ਗੁਜ਼ਰਦੀ ਹੀ ਨਜ਼ਰ ਆਉਂਦੀ ਹੈ। ਮਹਾਭਾਰਤ ਗਾਥਾ ਵਿੱਚ ਆਸ਼ੀਰਵਾਦਾਂ ਪ੍ਰਸ਼ਾਦ ਵਾਂਗ ਵਰਤਾਈਆਂ ਜਾਂਦੀਆਂ ਦੀ ਪਰਮਾਰ ਹੈ। ਸਰਾਪਾਂ ਕਾਰਨ ਪਾਂਡੋ ਆਪ ਨਿਪੁੱਤਾ ਮਰਦਾ ਹੈ ਅਤੇ ਫਿਰ ਤਲਾਬ ਤੋਂ ਪਾਣੀ ਲੈਣ ਗਏ ਚਾਰੇ ਭਰਾ ਮਰਦੇ ਅਤੇ ਸੁਰਜੀਤ ਹੁੰਦੇ ਵਿਖਾਏ ਗਏ ਹਨ। ਸੁਖਮਨੀ ਸਾਹਿਬ ਦਾ ਪਾਠ ਮਰੇ ਨਾ ਰਾਖੇ ਅਵਰ ਨਾ ਕੋਇ, ਪੰਨਾ 286। ਪੜ੍ਹਨ ਵਾਲਾ ਗੁਰੂ ਦਾ ਸਿੱਖ ਪ੍ਰਭੂ ਤੋਂ ਬਿਨਾਂ ਮਾਰਨ ਜਿਵਾਲਣ ਲਈ ਕੋਈ ਦੂਜੀ ਸ਼ਕਤੀ ਕਿਵੇਂ ਮੰਨ ਲਵੇ। ਅਤੇ ਫਿਰ ਮਹਾਭਾਰਤ ਦੇ ਜੰਗ ਵਿੱਚ ਨਾ ਕੋਈ ਆਸ਼ੀਰਵਾਦ ਅਤੇ ਨਾ ਹੀ ਕੋਈ ਸਰਾਪ ਕਿਸੇ ਦੇ ਕੰਮ ਆਇਆ। ਭਗਵਾਨ ਕ੍ਰਿਸ਼ਨ ਅਤੇ ਦ੍ਰੋਣਾਚਾਰੀਆ ਸਮੇਤ ਸਾਰੇ ਮਹਾਬਲੀ ਸੂਰਮੇ ਬੇਨਿਯਮੀ, ਝੂਠ ਅਤੇ ਵਿਸ਼ਵਾਸਘਾਤ ਨੂੰ ਆਪਣਾ ਹਥਿਆਰ ਬਣਾ ਕੇ ਇੱਕ ਦੂਜੇ ਦੀ ਜਾਨ ਲੈਂਦੇ ਦਿਸ ਆਉਂਦੇ ਹਨ। ਵਰਾਂ ਸਰਾਪਾਂ ਦੇ ਚੱਕਰ ਦਾ ਠੋਸ ਲਾਭ ਸਿਰਫ ਬ੍ਰਾਹਮਣਾਂ ਨੂੰ ਹੀ ਪੁੱਜਾ ਹੈ, ਜਾਂ ਫਿਰ ਬ੍ਰਾਹਮਣ ਦੀ ਹੀ ਉਪਜ ਸਾਧ ਸੰਤਾਂ, ਸਿੱਧਾਂ ਜੋਗੀਆਂ ਅਥਵਾ ਪੀਰਾਂ ਫਕੀਰਾਂ ਆਦਿ ਦੇ ਭੇਖ ਨੂੰ ਹੀ ਇਸ ਭਰਮ ਦਾ ਲਾਭ ਪੁੱਜਦਾ ਦਿਸ ਆ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 10 ਜਾਮੇ ਧਾਰ ਕੇ 200 ਸਾਲ ਤੋਂ ਵੱਧ ਸਮਾਂ ਲਾ ਕੇ ਆਪਣੇ ਨਿਆਰੇ ਸਿਧਾਂਤ ਦਾ ਪ੍ਰਚਾਰ ਕਰਕੇ ਬੜੀਆਂ ਕੁਰਬਾਨੀਆਂ ਨਾਲ ਆਪਣੇ ਸਿੱਖਾਂ ਦੇ ਅੰਦਰੋਂ ਅਜਿਹੇ ਫੋਕਟ ਭਰਮਾਂ ਨੂੰ ਦੂਰ ਕੀਤਾ ਸੀ। ਪਰ ਉਹਨਾਂ ਬ੍ਰਾਹਮਣੀ ਸੰਸਕਾਰਾਂ ਦਾ ਹੀ ਕਾਰਨ ਹੈ ਕਿ ਕਰੀਬ ਸਾਰਾ ਸਿੱਖ ਜਗਤ ਸਤਿਗੁਰਾਂ ਕੋਲੋਂ ਕਰਾਮਾਤੀ ਲਾਭ ਲੈਣ ਦੀ ਲਾਲਸਾ ਨਾਲ ਹੀ ਗੁਰਬਾਣੀ ਦੇ ਅਖੰਡ ਪਾਠ, ਸਹਿਜ ਪਾਠ, ਸੰਪਟ ਪਾਠ ਆਦਿ ਕਈ ਵਿਧੀਆਂ ਵਾਲੇ ਪਾਠ ਕਰਾਉਂਦਾ ਹੈ। ਸਤਿਗੁਰਾਂ ਦੇ ਸਰੂਪ ਦੀ ਪੂਜਾ ਭੇਟਾ ਦਾ ਮੁੱਖ ਅੰਗ ਕਰਾਮਾਤੀ ਲਾਭਾਂ ਦੀ ਪ੍ਰਾਪਤੀ ਦੀ ਲਾਲਸਾ ਦੇ ਕਾਰਨ ਹੀ ਹੈ। ਸਤਿਗੁਰਾਂ ਦਾ ਗਿਆਨ ਸਮਝ ਕੇ ਉਸ ਅਨੁਸਾਰ ਜੀਵਨ ਢਾਲ ਲੈਣ ਦੀ ਲਾਲਸਾ ਤਾਂ ਸ਼ਾਇਦ ਹੀ ਹੈ ਜੋ ਕਿਸੇ ਵਿੱਚ ਹੋਵੇ। ਭਾਗ 6ਵਾਂ ਵਰ ਸਰਾਪ, ਅਸੀਸਾਂ, ਵੱਧ ਅਸੀਸਾਂ ਅਤੇ ਗੁਰਮਤ। ਵਰ ਸਰਾਪਾਂ ਅਥਵਾ ਅਸੀਸਾਂ, ਵੱਧ ਅਸੀਸਾਂ ਬਾਰੇ ਗੁਰਮਤ ਸਿਧਾਂਤ ਵੀ ਨਾਲ ਲੱਗਦੇ ਹੀ ਸਮਝ ਲੈਣਾ ਲਾਹੇਵੰਦ ਰਹੇਗਾ। ਗੁਰਬਾਣੀ ਵਿੱਚ ਸਰਾਪ ਨੂੰ ਫਿਟਕਾਰ ਤੋਂ ਵੱਧ ਹੋਰ ਕੋਈ ਮਹੱਤਤਾ ਨਹੀਂ ਦਿੱਤੀ ਗਈ। ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨ ਸੰਦੇ, ਵੈਰ ਕਰੇ ਨਿਰਵੈਰ ਨਾਲ ਧਰਮ ਨਿਆਏ ਪਚੰਦੇ। ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ, ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਪੰਨਾ 306। ਅਰਥ, ਜਿਹੜੇ ਮਨੁੱਖ ਰੱਬ ਵੱਲੋਂ ਮੋਏ ਹੋਏ ਭਾਵ ਰੱਬ ਤੋਂ ਟੁੱਟੇ ਹੋਏ ਹਨ, ਉਹ ਕਿਸੇ ਦੇ ਸਕੇ ਨੇ, ਨਿਰਵੈਰਾਂ ਨਾਲ ਵੀ ਵੈਰ ਕਰਦੇ ਹਨ ਤੇ ਪਰਮਾਤਮਾ ਦੇ ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ। ਜੋ ਜੋ ਮਨੁੱਖ ਸੰਤ ਗੁਰੂ ਵੱਲੋਂ ਫਿਟਕਾਰੇ ਸਰਾਪੇ ਹੋਏ ਹੁੰਦੇ ਹਨ, ਭਾਵ ਗੁਰੂ ਦੇ ਦਰ ਤੋਂ ਵਾਂਝੇ ਹੋਏ ਹਨ, ਉਹ ਭਟਕਦੇ ਫਿਰਦੇ ਹਨ। ਜੋ ਰੁੱਖ ਮੁੱਢੋਂ ਪੁੱਟਿਆ ਜਾਏ ਉਸ ਦੇ ਟਾਹਣ ਸੁੱਕ ਜਾਂਦੇ ਹਨ। ਗੁਰੂ ਤੋਂ ਬੇਮੁਖ ਹੋ ਕੇ ਪਰਮਾਤਮਾ ਨੂੰ ਵਿਸਾਰ ਦੇਣਾ ਹੀ ਅਸਲ ਸਰਾਪ ਹੈ।
ਗੁਰੂ ਤੋਂ ਬੇਮੁਖ ਹੋਣਾ ਇਸੇ ਤਰ੍ਹਾਂ ਹੈ ਜਿਵੇਂ ਕੋਈ ਰੁੱਖ ਮੁੱਢੋਂ ਪੁੱਟਿਆ ਗਿਆ ਹੋਵੇ। ਸਿੱਖੀ ਦੀ ਜੜ ਗੁਰੂ ਦੀ ਮੱਤ ਹੀ ਹੈ। ਜੜ ਨਾਲੋਂ ਜੁਦਾ ਹੋ ਜਾਣ ਦਾ ਅਰਥ ਮੌਤ ਹੈ। ਅਸੀਂ ਆਪਣੇ ਗੁਰੂ ਦੇ ਗਿਆਨ ਨਾਲੋਂ ਟੁੱਟ ਚੁੱਕੇ ਹਾਂ। ਗੁਰੂ ਦੇ ਗਿਆਨ ਅਨੁਸਾਰ ਨਾ ਤੁਰਨਾ ਹੀ ਸਰਾਪੇ ਜਾਣਾ ਹੈ। ਮਨ ਮੁਗਧੋ ਦਾਦਰ ਭਗਤਹੀਣ, ਦਰ ਭ੍ਰਸ਼ਟ ਸਰਾਪੀ ਨਾਮ ਬੀਨ, ਤਾ ਕੈ ਜਾਤ ਨਾ ਪਾਤੀ ਨਾਮ ਲੀਨ, ਸਭ ਦੁਖ ਸਖਾਈ ਗੁਣੈ ਬੀਨ। ਪੰਨਾ 1188। ਅਰਥ, ਮੂਰਖ ਦਾ ਮਨ ਭਗਤੀ ਤੋਂ ਵਾਂਝਿਆ ਰਹਿੰਦਾ ਹੈ। ਇਹ ਮੂਰਖ ਮਨ ਮਾਨੋ ਡੱਡੂ ਹੈ ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ। ਕੁਰਾਏ ਪਿਆ ਹੋਇਆ ਮਨ ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ, ਮਾਨੋ ਸਰਾਪਿਆ ਦੁਰਕਾਰਿਆ ਹੋਇਆ ਹੈ। ਪਰਮਾਤਮਾ ਦੇ ਨਾਮ ਤੋਂ ਸਖਣਾ ਹੈ। ਜਿਹੜਾ ਮਨੁੱਖ ਨਾਮ ਤੋਂ ਖਾਲੀ ਹੈ, ਉਸ ਦੀ ਨਾ ਕੋਈ ਚੰਗੀ ਜ਼ਾਤ ਮੰਨੀ ਜਾਂਦੀ ਹੈ, ਨਾ ਚੰਗੀ ਕੁੱਲ। ਕੋਈ ਉਸ ਦਾ ਨਾਮ ਤੱਕ ਨਹੀਂ ਲੈਂਦਾ। ਉਹ ਆਤਮਿਕ ਗੁਣਾਂ ਤੋਂ ਵਾਂਝਿਆ ਰਹਿੰਦਾ ਹੈ। ਸਾਰੇ ਦੁੱਖ ਉਸ ਦੇ ਸਾਥੀ ਬਣੇ ਰਹਿੰਦੇ ਹਨ। ਸਰਾਪਾਂ ਦਾ ਜਿਸ ਤਰ੍ਹਾਂ ਦਾ ਡਰ ਭਰਮ ਬ੍ਰਾਹਮਣ ਨੇ ਪਾਇਆ ਹੋਇਆ, ਸਤਿਗੁਰਾਂ ਨੇ ਅਜਿਹੇ ਕਿਸੇ ਸਰਾਪ ਨੂੰ ਕੋਈ ਮਹੱਤਤਾ ਨਹੀਂ ਦਿੱਤੀ। ਗੁਰਦੇਵ ਜੀ ਦਾ ਫਰਮਾਨ ਹੈ ਕਿ ਅਜਿਹੀ ਸ਼ਕਤੀ ਕਿਸੇ ਵੀ ਮਨੁੱਖ ਕੋਲ ਨਹੀਂ ਹੈ ਜਿਸ ਨਾਲ ਉਹ ਰੱਬੀ ਹੁਕਮ ਦੇ ਵਿਰੁੱਧ ਆਪਣੀ ਮਰਜ਼ੀ ਨਾਲ ਕੋਈ ਤਬਾਹੀ ਕਰ ਸਕਦਾ ਹੋਵੇ। ਗੁਰਬਾਣੀ ਦੇ ਬੇਅੰਤ ਫਰਮਾਨ ਹਨ ਜਿਨ੍ਹਾਂ ਵਿੱਚ ਸਪਸ਼ਟ ਕੀਤਾ ਹੋਇਆ ਹੈ ਕਿ ਮਾਰਨ ਅਤੇ ਜਿਵਾਲਣ ਵਾਲਾ ਕੇਵਲ ਪ੍ਰਭੂ ਆਪ ਹੀ ਹੈ। ਮਾਰ ਜਿਵਾਲਣ ਵਾਲੀ ਸ਼ਕਤੀ ਕਿਸੇ ਮਨੁੱਖ ਦੇ ਸਰਾਪ ਵਿੱਚ ਜਾਂ ਵਰ ਵਿੱਚ ਨਹੀਂ ਹੋ ਸਕਦੀ। ਅਜਿਹੀਆਂ ਕਥਾ ਕਹਾਣੀਆਂ ਆਦਿ ਕੇਵਲ ਬ੍ਰਾਹਮਣੀ ਮਾਇਆ ਜਾਲ ਹੀ ਹੈ। ਗੁਰਦੇਵ ਜੀ ਨੇ ਸਿਰਫ ਉਸ ਮਨੁੱਖ ਨੂੰ ਸਰਾਪਿਆ ਹੋਇਆ ਫਰਮਾਨ ਕੀਤਾ ਹੈ ਜੋ ਪ੍ਰਭੂ ਨੂੰ ਵਿਸਾਰ ਚੁੱਕਾ ਹੈ। ਸੋ ਪ੍ਰਭੂ ਦੇ ਹੁਕਮ ਵਿੱਚ ਦਖਲ ਦੇ ਸਕਣ ਦੀ ਗੱਲ ਉਹੀ ਮਨਮੁਖ ਕਰਦਾ ਹੈ ਜਿਹੜਾ ਪ੍ਰਭੂ ਤੋਂ ਟੁੱਟ ਕੇ ਆਪ ਹੀ ਸਰਾਪਿਆ ਹੋਇਆ ਹੋਵੇ। ਗੱਦੀਦਾਰ ਸਾਧਾਂ ਸੰਤਾਂ ਅਥਵਾ ਪੀਰਾਂ ਫਕੀਰਾਂ ਦੇ ਵਰਾਂ ਦਾ ਪੋਲ ਖੋਲ੍ਹਦੇ ਹੋਏ ਗੁਰਦੇਵ ਜੀ ਫਰਮਾਨ ਕਰਦੇ ਹਨ, ਦੇਨ ਦੁਆਈ ਸੇ ਮਰੈ ਜਿਨ ਕੋ ਦੇਨ ਸੇ ਜਾਹੇ। ਪੰਨਾ 1286। ਭਾਵ ਜਿਹੜੇ ਸਾਧ ਸੰਤ ਪੀਰ ਫਕੀਰ ਹੋਰਨਾਂ ਨੂੰ ਅਸੀਸਾਂ ਜਾਂ ਵਰ ਦਿੰਦੇ ਹਨ, ਉਹ ਆਪ ਵੀ ਮਰ ਖੱਪ ਜਾਂਦੇ ਹਨ ਅਤੇ ਅਸੀਸਾਂ ਲੈਣ ਵਾਲੇ ਵੀ ਮਰ ਮੁੱਕ ਜਾਂਦੇ ਹਨ। ਭਾਵ ਅਜਿਹੀਆਂ ਅਸੀਸਾਂ ਦਾ ਜਾਂ ਵੱਧ ਅਸੀਸਾਂ ਦਾ ਅਕਾਲ ਪੁਰਖ ਦੇ ਹੁਕਮ ਤੋਂ ਬਾਹਰਾ ਚੰਗਾ ਜਾਂ ਮਾੜਾ ਕੋਈ ਉਚੇਚਾ ਅਸਰ ਨਹੀਂ ਹੋ ਸਕਦਾ। ਕਾਬਲ ਦੇ ਮੁਗਲ ਬਾਦਸ਼ਾਹ ਬਾਬਰ ਨੇ ਹਿੰਦ ਤੇ 1578 ਵਿੱਚ ਜਦ ਹਮਲਾ ਕੀਤਾ ਤਾਂ ਉਸ ਵੇਲੇ ਤੱਕ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਦੇਸ਼ ਵਿੱਚ ਕਾਫੀ ਖਿੱਲਰ ਚੁੱਕੀ ਹੋਈ ਸੀ। ਬਾਬਰ ਐਮਨਾਬਾਦ ਵੱਲ ਨੂੰ ਆਉਂਦਾ ਸੁਣ ਕੇ ਉਥੋਂ ਦੇ ਪਠਾਨ ਹਾਕਮਾਂ ਨੇ ਹਿੰਦੂ ਮੁਸਲਮਾਨ ਦੋਹਾਂ ਧਰਮਾਂ ਦੇ ਕਥਿਤ ਕਰਾਮਾਤੀ ਸਾਧ ਸੰਤ, ਸਿੱਧ ਜੋਗੀ, ਮੰਤਰ ਸ਼ਾਸਤਰੀ, ਚੇਟਕੀ, ਪੀਰ ਫਕੀਰਾਂ ਆਦਿ ਜਿਹੜੇ ਬੜੀਆਂ ਵੱਡੀਆਂ ਗੱਦੀਆਂ ਅਤੇ ਸੈਂਕੜੇ ਚੇਲਿਆਂ ਦੇ ਮਾਲਕ ਬਣੀ ਬੈਠੇ ਸਨ, ਸਭ ਮੰਗਵਾ ਲਏ। ਸਾਰਿਆਂ ਨੂੰ ਕਿਹਾ ਗਿਆ ਕਿ ਮਾਤਰੀ ਭੂਮੀ ਦੀ ਅਥਵਾ ਇਸਲਾਮੀ ਰਾਜ ਦੀ ਰੱਖਿਆ ਵਾਸਤੇ ਆਪਣੇ ਵਰਾਂ ਸਰਾਪਾਂ, ਜੰਤਰਾਂ ਮੰਤਰਾਂ, ਅਸੀਸਾਂ ਵੱਧ ਅਸੀਸਾਂ, ਦੁਆਵਾਂ ਵੱਧ ਦੁਆਵਾਂ, ਝਾੜੇ ਤਵੀਤਾਂ, ਜਾਦੂ ਟੂਣਿਆਂ ਆਦਿ ਕਿਸੇ ਵੀ ਅਜਿਹੀ ਸ਼ਕਤੀ ਨਾਲ ਮੁਗਲਾਂ ਦੇ ਫੌਜੀਆਂ ਨੂੰ, ਜਰਨੈਲਾਂ ਨੂੰ ਅਤੇ ਜਾਂ ਫਿਰ ਘੱਟੋ ਘੱਟ ਇੱਕੋ ਬਾਬਰ ਨੂੰ ਹੀ ਅੰਨਾ ਲੂਲਾ ਲੰਗੜਾ ਜੋ ਹੀ ਹੁੰਦਾ ਹੈ ਕਰ ਦੇਣ। ਕਿਸੇ ਨੇ ਗੁਰੂ ਨਾਨਕ ਦੇਵ ਜੀ ਦੀ ਰੱਬ ਨੇੜੇ ਪਹੁੰਚ ਦੀ ਚੁਗਲੀ ਵੀ ਪਠਾਨ ਹਾਕਮਾਂ ਕੋਲ ਜਾ ਲਾਈ। ਗੁਰਦੇਵ ਜੀ ਨੂੰ ਵੀ ਮੰਗਵਾ ਕੇ ਦੂਜੇ ਪੀਰਾਂ ਫਕੀਰਾਂ ਨਾਲ ਹੀ ਡੱਕ ਲਿਆ। ਹੁਕਮ ਇਹੋ ਸੀ ਕਿ ਜਾਂ ਆਪਣੀ ਕਰਾਮਾਤੀ ਸ਼ਕਤੀਆਂ ਨਾਲ ਦੁਸ਼ਮਣ ਦਾ ਨਾਸ ਕਰੋ, ਨਹੀਂ ਤਾਂ ਕੈਦ ਵਿੱਚ ਸੜੋ। ਪਰ ਜੋ ਹੋਇਆ ਉਸ ਤੋਂ ਜਾਣੂ ਕਰਾ ਕੇ ਅਜਿਹੇ ਭਰਮਾਂ ਵਿੱਚੋਂ ਪੈਣ ਤੋਂ ਮਨੁੱਖ ਨੂੰ ਬਚਾਈ ਰੱਖਣ ਲਈ ਸਾਰਾ ਹਾਲ ਸਤਿਗੁਰਾਂ ਨੇ ਗੁਰਬਾਣੀ ਵਿੱਚ ਲਿਖ ਦਿੱਤਾ। ਉਸ ਪਰਥਾਏ ਲਿਖੇ 4 ਗੁਰੂ ਸ਼ਬਦਾਂ ਵਿੱਚ ਅਸੀਸਾਂ ਦੀ ਕਥਿਤ ਸ਼ਕਤੀ ਦਾ ਪੋਲ ਨੰਗਾ ਕਰਨ ਵਾਲੇ ਬਚਨ ਇਸ ਪ੍ਰਕਾਰ ਹਨ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਹਨੇ ਨਾ ਪਰਚਾ ਲਾਇਆ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਊਨੀ ਤੁਬਕ ਤਾਣ ਚਲਾਈ,
ਓਨੀ ਹਸਤ ਚੜਾਈ, ਜਿਨ ਕੀ ਚੀਰੀ ਦਰਗਾ ਪਾਟੀ, ਤਿੰਨਾ ਮਰਨਾ ਪਾਈ। ਪੰਨਾ 417। ਅਰਥ, ਜਦੋਂ ਪਠਾਣਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰਕੇ ਵਗਿਆ ਆ ਰਿਹਾ ਹੈ, ਤਾਂ ਉਹਨਾਂ ਨੇ ਅਨੇਕਾਂ ਹੀ ਪੀਰਾਂ ਆਦਿ ਨੂੰ ਕਾਬੂ ਕਰ ਮੰਗਵਾਇਆ, ਪਰ ਕਿਸੇ ਕੋਲੋਂ ਪੱਕੇ ਥਾਂ, ਮੁਕਾਮ, ਪੱਕੇ ਮਹੱਲ ਮੁਗਲਾਂ ਦੇ ਲਾਈ ਅੱਗ ਨਾਲ ਸੜ ਕੇ ਸਵਾਹ ਹੋਣੋਂ ਨਾ ਬਚ ਸਕੇ। ਉਹਨਾਂ ਨੇ ਪਠਾਨ ਸਾਹਿਬਜ਼ਾਦਿਆਂ ਨੂੰ ਟੋਟੇ ਕਰ ਕਰਕੇ ਮਿੱਟੀ ਵਿੱਚ ਰੋਲ ਦਿੱਤਾ। ਪੀਰਾਂ ਆਦਿ ਦੀਆਂ ਤਸਬੀਹਾਂ ਫੇਰਨ ਜਾਂ ਮੰਤਰਾਂ ਜੰਤਰਾਂ ਨਾਲ ਕੋਈ ਇੱਕ ਵੀ ਮੁਗਲ ਅੰਨਾ ਨਾ ਹੋਇਆ, ਅਤੇ ਕਿਸੇ ਵਲੀ ਅੱਲਾ ਨੇ ਕੋਈ ਕਰਾਮਾਤ ਕਰਕੇ ਵੀ ਨਾ ਵਿਖਾਈ। ਜਦੋਂ ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿੱਚ ਦੋਹਾਂ ਧਿਰਾਂ ਨੇ ਤਲਵਾਰ ਚਲਾਈ। ਉਹਨਾਂ ਮੁਗਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੀਆਂ ਬੰਦੂਕਾਂ ਉਹਨਾਂ ਦੇ ਹੱਥ ਵਿੱਚ ਹੀ ਚਿੜ ਕਰ ਗਈਆਂ। ਪਰ ਹੇ ਭਾਈ, ਧੁਰੋਂ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾੜ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ। ਸਤਿਗੁਰਾਂ ਦੇ ਫਰਮਾਨ ਅਨੁਸਾਰ ਪਠਾਨ ਹਾਕਮ ਨੇ ਆਪਣਾ ਸਾਹ ਸੱਤ ਇੰਨਾ ਗਵਾ ਲਿਆ ਹੋਇਆ ਸੀ ਕਿ ਉਹ ਵਿਦੇਸ਼ੀ ਹਮਲਾਵਰ ਨੂੰ ਜਾਦੂ ਟੂਣਿਆਂ ਨਾਲ ਕਮਜ਼ੋਰ ਕਰਵਾ ਕੇ ਪਿੱਛਾ ਛਡਵਾਉਣ ਦਾ ਯਤਨ ਕਰਦਾ ਰਿਹਾ, ਅਤੇ ਦੁਸ਼ਮਣ ਗਲ ਆ ਪਿਆ। ਫਿਰ ਮਜਬੂਰ ਹੋ ਕੇ ਜਦ ਪਠਾਨ ਜੰਗ ਦੇ ਮੈਦਾਨ ਵਿੱਚ ਪੁੱਜਾ, ਤਾਂ ਇੰਨਾ ਡਰਿਆ ਹੋਇਆ ਸੀ ਕਿ ਉਸ ਦੀ ਬੰਦੂਕ ਦਾ ਨਿਸ਼ਾਨਾ ਦੁਸ਼ਮਣ ਬਣ ਸਕਣ ਦੀ ਥਾਂ ਬੰਦੂਕਾਂ ਸਿੱਕਾ ਬਰੂਦ ਉਸ ਦੇ ਆਪਣੇ ਹੀ ਹੱਥ ਵਿੱਚ ਚਿੜ ਕਰਕੇ ਠੁੱਸ ਹੋ ਗਿਆ। ਸੁੱਖ ਰਹਿਣੇ ਭਰਮੀ ਪਠਾਣਾਂ ਦੀ ਕਾਇਰਤਾ ਦੇ ਕਾਰਨ ਘੁੱਗ ਵਾਸਤੇ ਐਮਨਾਬਾਦ ਸ਼ਹਿਰ ਦੀ ਦੁਖਦਾਈ ਤਬਾਹੀ ਹੋਈ। ਗੋਬਿੰਦ ਰੂਪ ਗੁਰੂ ਨਾਨਕ ਦੇਵ ਜੀ ਦੇ ਇਸ ਫਰਮਾਨ ਦੇ ਹੁੰਦਿਆਂ ਜੇ ਕੋਈ ਇਹ ਸਮਝਦਾ ਹੈ ਕਿ ਵਰਾਂ ਸਰਾਪਾਂ ਦੀ ਸ਼ਕਤੀ ਨਾਲ ਰੱਬੀ ਭਾਣਾ ਟਲ ਸਕਦਾ ਹੈ, ਤਾਂ ਅਜਿਹਾ ਮਨੁੱਖ ਗੁਰੂ ਦਾ ਸਿੱਖ ਕਿਵੇਂ ਮੰਨਿਆ ਜਾਵੇ। ਭਾਈ ਮਤ ਕੋਈ ਜਾਣੋ, ਕਿਸੀ ਕਹਿ ਕਿਛ ਹਾਥ ਹੈ, ਸਭ ਕਰੇ ਕਰਾਇਆ। ਜਰਾ ਮਰਾ ਤਾਪ ਸਿਰ ਤਸਾਪ, ਸਭ ਹਰ ਕੇ ਵਸ ਹੈ। ਕੋਈ ਲਾਗ ਨਾ ਸਕੇ, ਬਿਨ ਹਰ ਕਾ ਲਾਇਆ। ਐਸਾ ਹਰ ਨਾਮ ਮਨ ਚਿਤ ਨਿਤ ਧਿਆਵੋ ਜਨ ਨਾਨਕ, ਜੋ ਅੰਤੀ ਅਵਸਰ ਲਏ ਛਡਾਇਆ। ਪੰਨਾ 168। ਅਰਥ, ਹੇ ਭਾਈ, ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵਸ ਵਿੱਚ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ। ਬੁਢੇਪਾ, ਮੌਤ, ਸਿਰ ਪੀੜ, ਤਾਪ, ਸਰਾਪ ਪਰਮਾਤਮਾ ਦੇ ਹੀ ਵਸ ਵਿੱਚ ਹੈ। ਪਰਮਾਤਮਾ ਦੇ ਲਾਉਣ ਤੋਂ ਬਿਨਾਂ ਕੋਈ ਰੋਗ ਕਿਸੇ ਜੀਵ ਨੂੰ ਲੱਗ ਨਹੀਂ ਸਕਦਾ। ਹੇ ਦਾਸ ਨਾਨਕ, ਜਿਹੜਾ ਹਰ ਨਾਮ ਅਖੀਰਲੇ ਸਮੇਂ ਛੁਡਾ ਲੈਂਦਾ ਹੈ, ਉਸ ਨੂੰ ਆਪਣੇ ਮਨ ਚਿੱਤ ਵਿੱਚ ਸਦਾ ਸਿਮਰਦੇ ਰਹੋ। ਅਜਿਹੇ ਗੁਰੂ ਹੁਕਮਾਂ ਦੇ ਹੁੰਦਿਆਂ ਕੋਈ ਸਿੱਖ ਜੇ ਔਜੜੇ ਪੈ ਜਾਵੇ, ਤਾਂ ਇਸ ਤੋਂ ਵੱਡੀ ਹੋਰ ਬਦਕਿਸਮਤੀ ਕੀ ਹੋ ਸਕਦੀ ਹੈ। ਵਰਾਂ ਸਰਾਪਾਂ ਦੇ ਭਰਮ ਵਿੱਚ ਕਦੇ ਨਹੀਂ ਪੈਣਾ ਚਾਹੀਦਾ। ਖਾਲਸਾ ਰਾਜ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਵੀ ਖਾਤਮਾ ਕਰ ਦੇਣਾ ਬੜੀ ਨਿਰਦੈਤਾ ਵਾਲਾ ਅਤੇ ਵਿਸ਼ਵਾਸਘਾਤਕ ਕਾਰਾ ਸੀ। ਇਸ ਕਾਰੇ ਦਾ ਅਸਲ ਮੋਢੀ ਬ੍ਰਾਹਮਣ ਅਤੇ ਉਸ ਦੇ ਚੇਲੇ ਹੀ ਸਨ। ਉਹਨਾਂ ਗਦਾਰਾਂ ਦੇ ਸਲਾਹ ਮਸ਼ਵਰੇ ਦੇ ਆਸਰੇ ਹੀ ਅੰਗਰੇਜ਼ ਖਾਲਸਾ ਰਾਜ ਦੇ ਥਾਂ ਆਪਣਾ ਰਾਜ ਸਥਾਪਿਤ ਕਰ ਸਕਿਆ ਸੀ। ਖਾਲਸਾ ਜੀ ਦੇ ਮਨ ਵਿੱਚ ਇਸ ਜ਼ੁਲਮੀ ਧੱਕੇ ਵਿਰੁੱਧ ਬੜਾ ਭਾਰੀ ਰੋਸ ਸੀ। ਸੋ ਇਸ ਨਿਸ਼ਕਪਟ ਖਾਲਸਾ ਜੀ ਨੂੰ ਉੱਲੂ ਬਣਾ ਕੇ ਆਪਣਾ ਸੱਚਾ ਗੁਲਾਮ ਬਣਾ ਲੈਣ ਦੀ ਸਕੀਮ ਵਾਲੀ ਬ੍ਰਾਹਮਣੀ ਕੁਟਲ ਨੀਤੀ ਨੇ ਇਤਿਹਾਸ ਵਿੱਚ ਇਹ ਲਿਖਵਾ ਦਿੱਤਾ। ਕਲਗੀਧਰ ਜੀ ਦਾ ਸਰਾਪ ਸੀ ਕਿ ਜਿਹੜਾ ਮਨੁੱਖ ਉਹਨਾਂ ਦਾ ਅੰਗੀਠਾ ਫੋਲ ਕੇ ਉਸ ਥਾਂ ਕੋਈ ਯਾਦਗਾਰ ਬਣਾਵੇਗਾ, ਉਸ ਦਾ ਸਰਬਨਾਸ਼ ਹੋ ਜਾਵੇਗਾ। ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦਾ ਅੰਗੀਠਾ ਫੋਲ ਕੇ ਉਸ ਥਾਂ ਗੁਰਦੁਆਰਾ ਬਣਾਇਆ ਸੀ, ਇਸ ਲਈ ਸਾਰੀ ਤਬਾਹੀ ਕਲਗੀਧਰ ਜੀ ਦੇ ਸਰਾਪ ਦੇ ਕਾਰਨ ਹੀ ਹੋਈ ਹੈ। ਕਿਸੇ ਨੇ ਇਹ ਨਾ ਵਿਚਾਰਿਆ ਕਿ ਜਿਸ ਗੁਰੂ ਨੇ ਏਡੀਆਂ ਘਾਲਣਾ ਨਾਲ ਇਹ ਪੰਥ ਸਿਰਜਿਆ ਸੀ, ਉਸ ਨੇ ਆਪ ਹੀ ਸਰਾਪ ਦੇ ਕੇ ਉਸ ਨੂੰ ਤਬਾਹੀ ਦੇ ਮੂੰਹ ਵਿੱਚ ਭਲਾ ਕਿਵੇਂ ਸੁੱਟ ਦੇਣਾ ਸੀ। ਉਹਨਾਂ ਨੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ ਵਾਲੀ ਤਾੜਨਾ ਦੇ ਨਾਲ ਅਜਿਹਾ ਸੰਕੇਤ ਵੀ ਕਿਉਂ ਨਾ ਦੇ ਦਿੱਤਾ ਕਿ ਜੇ ਮੇਰਾ ਅੰਗੀਠਾ ਫੋਲ ਬੈਠੇ ਤਾਂ ਸਰਬਨਾਸ਼ ਹੋ ਜਾਣਾ ਹੈ।
ਪਰ ਦੀਵਾਨਾਂ ਦੀਆਂ ਸਟੇਜਾਂ ਉੱਤੇ ਰਾਗੀਆਂ ਢਾਡੀਆਂ ਪ੍ਰਚਾਰਕਾਂ ਨੇ ਇਹ ਪ੍ਰਚਾਰ ਕਰਨਾ ਆਰੰਭ ਦਿੱਤਾ ਕਿ ਖਾਲਸਾ ਰਾਜ ਦੀ ਤਬਾਹੀ ਕਲਗੀਧਰ ਜੀ ਦੇ ਸਰਾਪ ਦੇ ਕਾਰਨ ਹੋਈ ਹੈ। ਗੁਰੂ ਦਾ ਦੂਲਾ ਖਾਲਸਾ ਆਪਣੇ ਆਪ ਹੀ ਆਪਣੇ ਪੈਰਾਂ ਤੇ ਕੁਹਾੜੇ ਚਲਾਉਣਾ ਗਿੱਝ ਗਿਆ। ਗੁਰੂ ਦੇ ਅੰਮ੍ਰਿਤ ਰੂਪੀ ਗਿਆਨ ਬਾਰੇ ਇਹ ਕਹਿਣਾ ਆਰੰਭ ਦਿੱਤਾ ਕਿ ਇਸ ਨੂੰ ਕਰੋੜਾਂ ਵਿੱਚੋਂ ਇੱਕ ਅੱਧਾ ਹੀ ਸਮਝਦਾ ਹੈ। ਇਸ ਗਿਆਨ ਨੂੰ ਸਮਝਣ ਦੀ ਲੋੜ ਨਹੀਂ ਹੈ। ਇਸ ਦੇ ਪੜ੍ਹਨ ਵਿੱਚ ਹੀ ਸਾਰੀ ਕਰਾਮਾਤ ਲੁਕੀ ਪਈ ਹੈ। ਹਰ ਪੱਖ ਤੋਂ ਉੱਚੀ ਰਹਿਣੀ ਵਾਲਾ ਮਨੁੱਖ ਬਣਾ ਦੇਣ ਵਾਲੇ ਨਿਆਰੇ ਗਿਆਨ ਦੇ ਦਾਤੇ ਪੂਰਨ ਗੁਰੂ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਦਰ ਦਾ ਦੇਵਤਾ ਬਣਾ ਦਿੱਤਾ। ਗੁਰੂ ਨੇ ਆਪਣੇ ਪਿਆਰੇ ਸਿੱਖ ਦੇ ਹੱਥ ਬੁੱਕ ਵਿੱਚ ਅੰਮ੍ਰਿਤ ਚੋਇਆ ਸੀ, ਪਰ ਸਿੱਖ ਨੇ ਉਂਗਲਾਂ ਹੀ ਟੇਢੀਆਂ ਕਰ ਲਈਆਂ। ਸਦੀਵੀਂ ਜ਼ਿੰਦਗੀ ਦੇਣ ਵਾਲਾ ਅੰਮ੍ਰਿਤ ਘੱਟੇ ਵਿੱਚ ਰੁਲ ਗਿਆ। ਕਰ ਮੈਂ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਇਓ ਭੂਮ ਭਰ ਡਾਰਿਓ। ਪੰਨਾ 399। ਹਿੰਦੂ ਸਮਾਜ ਵਿੱਚ ਮਿਲਣ ਜਾਂ ਵਿਛੜਨ ਦੇ ਸਮੇਂ ਬਜ਼ੁਰਗਾਂ ਨੂੰ ਨਮਸਕਾਰ ਜਾਂ ਚਰਨ ਬੰਦਨਾ ਕਰਕੇ ਉਹਨਾਂ ਕੋਲੋਂ ਆਸ਼ੀਰਵਾਦ ਲੈਣ ਦਾ ਬੜਾ ਰਿਵਾਜ ਹੈ। ਇਹ ਰਿਵਾਜ ਵੀ ਰਾਮਾਇਣ ਅਤੇ ਮਹਾਂਭਾਰਤ ਅਜਿਹੀਆਂ ਬ੍ਰਾਹਮਣੀ ਮਿਥਿਹਾਸ ਵਿੱਚ ਸ਼ਾਸਤਰਾਂ ਅਸ਼ਤਰਾਂ ਨਾਲੋਂ ਆਸ਼ੀਰਵਾਦਾਂ ਲੈਣ ਦੀ ਭੁੱਖ ਦੇ ਪ੍ਰਗਟਾਵੇ ਕਾਰਨ ਹੀ ਪਿਆ ਹੈ। ਗੁਰਮਤਿ ਵਿੱਚ ਅਜਿਹੀ ਬੰਦਨਾ ਜਾਂ ਨਮਸਕਾਰ ਦਾ ਕੋਈ ਵਿਧਾਨ ਨਹੀਂ ਹੈ। ਨਾ ਹੀ ਕਿਸੇ ਆਸ਼ੀਰਵਾਦ ਅਥਵਾ ਵਰ ਸਰਾਪ ਦੀ ਕੋਈ ਮਹੱਤਤਾ ਹੈ। ਮਿਲਣ ਅਥਵਾ ਵਿਛੜਨ ਸਮੇਂ ਹਰ ਉਮਰ ਦੇ ਸੂਝਵਾਨ ਬੱਚੇ ਬੱਚੀ ਵਾਸਤੇ ਇਹੋ ਅਟੱਲ ਹੁਕਮ ਹੈ ਕਿ ਉਹ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਏ। ਹਜ਼ਾਰਾਂ ਸਾਲਾਂ ਦੇ ਬਣੇ ਅਸ਼ੀਰਵਾਦਾਂ ਵਾਲੇ ਸੰਸਕਾਰਾਂ ਦੀ ਭੁੱਖ ਦੀ ਤ੍ਰਿਪਤੀ ਲਈ ਬੱਚੇ ਨੂੰ ਅਸੀਸ ਦੇਣ ਦੀ ਜਾਚ ਦੱਸਦਿਆਂ ਗੁਰਦੇਵ ਜੀ ਨੇ ਫਰਮਾਇਆ ਹੈ, ਜਿਸ ਸਿਮਰਤ ਸਭ ਕਿਲਵੇਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼ ਰਹਾਓ। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਅਰੰਗ ਤਮਾਸ਼ਾ ਪੂਰਨ ਆਸ਼ਾ, ਕਬੇ ਨਾ ਵਿਆਪੈ ਚਿੰਤਾ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਣਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੇ ਚਾਤ੍ਰਿਕ ਮੌਲਾ। ਪੰਨਾ 496। ਅਰਥ, ਹੇ ਪੁੱਤਰ, ਜਿਸ ਪਰਮਾਤਮਾ ਦਾ ਨਾਮ ਸਿਮਰਿਆ ਸਾਰੇ ਪਾਪ ਨਾਸ ਹੋ ਜਾਂਦੇ ਹਨ। ਸਿਮਰਨ ਵਾਲੇ ਦੇ ਪਿਤਰਾਂ ਦਾ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹਿ। ਹੇ ਪੁੱਤਰ, ਤੈਨੂੰ ਮਾਂ ਦੀ ਇਹ ਅਸੀਸ ਹੈ। ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇਂ ਲਈ ਵੀ ਨਾ ਭੁੱਲੇ। ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹਾ। ਹੇ ਪੁੱਤਰ, ਸਤਿਗੁਰੂ ਤੇਰੇ ਉੱਤੇ ਦਇਆਵਾਨ ਰਹੇ। ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ। ਜਿਵੇਂ ਕੱਪੜਾ ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ ਪਰਮਾਤਮਾ ਤੇਰੀ ਇੱਜ਼ਤ ਰੱਖੇ। ਸਦਾ ਪਰਮਾਤਮਾ ਦੀ ਸਿਫਤ ਸਲਾਹ ਤੇਰੀ ਆਤਮਾ ਦੀ ਖੁਰਾਕ ਬਣੀ ਰਹੇ। ਹੇ ਪੁੱਤਰ, ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਸਦਾ ਪੀਂਦਾ ਰਹੋ। ਸਦਾ ਲਈ ਤੇਰਾ ਉੱਚਾ ਆਤਮਿਕ ਜੀਵਨ ਬਣਿਆ ਰਹੇ। ਹੇ ਪੁੱਤਰ, ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ। ਆਤਮਿਕ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਸਭ ਆਸਾਂ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ। ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ। ਹੇ ਪੁੱਤਰ, ਤੇਰਾ ਇਹ ਮਨ ਭੌਰਾ ਬਣਿਆ ਰਹੇ। ਪਰਮਾਤਮਾ ਦੇ ਚਰਨ ਤੇਰੇ ਮਨ ਭੌਰੇ ਵਾਸਤੇ ਕੌਲ ਫੁੱਲ ਬਣੇ ਰਹਿਣ। ਹੇ ਨਾਨਕ, ਆਖ, ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ। ਆਓ ਹੁਣ ਵਿਜੋਗ ਸਮੇਂ ਦੀ ਅਸੀਸ ਵੀ ਚੇਤੇ ਕਰ ਲਈਏ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਬੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ, ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਪੰਨਾ 157। ਅਰਥ, ਸਤ ਸੰਗਤ ਵਿੱਚ ਜਾ ਕੇ ਹੇ ਜਿੰਦੇ ਅਰਜ਼ੋਈ ਕਰਿਆ ਕਰ।
ਉਹ ਸੰਮਤ, ਉਹ ਦਿਹਾੜਾ ਪਹਿਲਾਂ ਹੀ ਮਿਥਿਆ ਹੋਇਆ ਹੈ, ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਮੌਤ ਪਹੁੰਚਾ ਆਉਣਾ ਹੈ। ਹੇ ਸਤ ਸੰਗੀ ਸਹੇਲਿਓ, ਰਲ ਕੇ ਮੈਨੂੰ ਮਾਈਏ ਪਾਓ, ਤੇ ਸੱਜਣ ਸਹੇਲਿਓ ਮੈਨੂੰ ਸੋਹਣੀਆਂ ਅਸੀਸਾਂ ਵੀ ਦਿਓ। ਭਾਵ ਮੇਰੇ ਲਈ ਅਰਦਾਸ ਵੀ ਕਰੋ, ਜਿਵੇਂ ਪਤੀ ਪ੍ਰਭੂ ਨਾਲ ਮੇਰਾ ਮੇਲ ਹੋ ਜਾਏ। ਪਰਲੋਕ ਵਿੱਚ ਜਾਣ ਲਈ ਮੌਤ ਰੂਪ ਇਹ ਪਹੁੰਚਾ ਹਰੇਕ ਘਰ ਵਿੱਚ ਆ ਰਿਹਾ ਹੈ। ਇਹ ਸੱਦੇ ਨਿਤ ਪੈ ਰਹੇ ਹਨ। ਇਹ ਸਤ ਸੰਗੀਓ, ਉਸ ਸੱਦਾ ਭੇਜਣ ਵਾਲੇ ਪਤੀ ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਸਾਡੇ ਵੀ ਉਹ ਦਿਨ ਨੇੜੇ ਆ ਰਹੇ ਹਨ। ਬਾਬਾ ਆਵੋ ਭਾਈਓ ਗਲ ਮਿਲੇ, ਮਿਲ ਮਿਲ ਦੇਹ ਅਸੀਸਾਂ ਹੈ। ਬਾਬਾ ਸੱਚੜਾ ਮੇਲ ਨਾ ਚੁਕਾਈ, ਪ੍ਰੀਤਮ ਕੀਆਂ ਦੇਹ ਅਸੀਸਾਂ ਹੈ। ਅਸੀਸਾਂ ਦੇਵੋ ਭਗਤ ਕਰਹਿਵੋ, ਮਿਲਿਆ ਕਾ ਕਿਆ ਮੇਲੋ। ਇੱਕ ਭੂਲੇ ਨਾਵੋਂ ਥੇਵੋ ਥਾਵੋਂ, ਗੁਰ ਸ਼ਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ। ਜੁਗ ਜੁਗ ਸਾਚੇ ਵੇਸੇ, ਸਾਜਨ ਸੈਣ ਮਿਲੋ ਸੰਜੋਗੀ। ਗੁਰਮਿਲ ਖੋਲੇ ਫਾਸੇ। ਪੰਨਾ 582। ਅਰਥ, ਹੇ ਭਾਈ, ਹੇ ਭਰਾਵੋ, ਆਓ ਅਸੀਂ ਪਿਆਰ ਨਾਲ ਰਲ ਬੈਠੀਏ ਤੇ ਮਿਲ ਕੇ ਆਪਣੇ ਵਿਛੜੇ ਸਾਥੀ ਨੂੰ ਅਸੀਸਾਂ ਦਈਏ। ਉਸ ਦੇ ਵਾਸਤੇ ਪ੍ਰਭੂ ਦਰ ਤੇ ਅਰਦਾਸਾਂ ਕਰੀਏ। ਪ੍ਰੀਤਮ ਪ੍ਰਭੂ ਨਾਲ ਮਿਲਣ ਦੀਆਂ ਅਸੀਸਾਂ ਦਈਏ, ਅਰਦਾਸਾਂ ਕਰੀਏ। ਸਦਾ ਥਿਰ ਮੇਲ ਸਿਰਫ ਪਰਮਾਤਮਾ ਨਾਲ ਹੀ ਹੁੰਦਾ ਹੈ, ਤੇ ਅਰਦਾਸ ਦੀ ਬਰਕਤ ਨਾਲ ਉਹ ਸਦਾ ਥਿਰ ਰਹਿਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ। ਹੇ ਸਤ ਸੰਗੀ ਭਰਾਵੋ, ਰਲ ਕੇ ਵਿਛੜੇ ਸਾਥੀ ਲਈ ਅਰਦਾਸਾਂ ਕਰੋ ਅਤੇ ਆਪ ਵੀ ਪਰਮਾਤਮਾ ਦੀ ਭਗਤੀ ਕਰੋ। ਭਗਤੀ ਦੀ ਬਰਕਤ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਮਿਲਾਪ ਹੋ ਜਾਂਦਾ ਹੈ। ਜਿਹੜੇ ਇੱਕ ਪ੍ਰਭੂ ਚਰਨਾਂ ਨਾਲ ਮਿਲ ਜਾਂਦੇ ਹਨ, ਉਹਨਾਂ ਦਾ ਫਿਰ ਵਿਛੋੜਾ ਨਹੀਂ ਹੁੰਦਾ। ਪਰ ਕਈ ਐਸੇ ਹਨ ਜੋ ਪ੍ਰਭੂ ਦੇ ਨਾਮ ਤੋਂ ਖੁੰਝੇ ਫਿਰਦੇ ਹਨ, ਜੋ ਸਦਾ ਕਾਇਮ ਰਹਿਣ ਵਾਲੇ ਟਿਕਾਣੇ ਤੋਂ ਉਖੜੇ ਫਿਰਦੇ ਹਨ। ਸਦਾ ਥਿਰ ਪ੍ਰਭੂ ਦਾ ਨਾਮ ਸਿਮਰਨਾ ਸਹੀ ਜੀਵਨ ਖੇਡ ਹੈ, ਜੋ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਖੇਡੀ ਜਾ ਸਕਦੀ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਲੀਨ ਰਹਿੰਦੇ ਹਨ, ਉਹ ਜੰਮਦੇ ਰਸਤੇ ਤੇ ਨਹੀਂ ਜੰਮਦੇ। ਉਹ ਸਦਾ ਲਈ ਹੀ ਉਸ ਪਰਮਾਤਮਾ ਵਿੱਚ ਜੁੜੇ ਰਹਿੰਦੇ ਹਨ, ਜਿਸ ਦਾ ਸਰੂਪ ਵੇਸ ਸਦਾ ਲਈ ਅਟਲ ਹੈ। ਮਰਨ ਵਾਲੇ ਦੀ ਯਾਦ ਵਿੱਚ ਵੈਰਾਗੀ ਹੋਏ ਮਨ ਨਾਲ ਆਪਣੀ ਜੀਵ ਜੁਗਤ ਸਵਾਰਨ ਦਾ ਉਪਦੇਸ਼ ਹੈ। ਮਰੇ ਹੋਏ ਨੂੰ ਸ਼ਰਧਾਂਜਲੀਆਂ ਨਹੀਂ ਦੇਣੀਆਂ, ਅਸੀਸਾਂ ਦੇਣੀਆਂ ਹਨ। ਉਹ ਪ੍ਰਭੂ ਅੱਗੇ ਅਰਦਾਸਾਂ ਕਰਨੀਆਂ ਹਨ ਕਿ ਸਾਨੂੰ ਆਪਣੀ ਭਗਤੀ ਵਿੱਚ ਜੋੜ, ਤਾਂ ਜੋ ਅਸੀਂ ਮਰ ਕੇ ਤੇਰੀ ਗੋਦ ਵਿੱਚ ਬਿਰਾਜਣ ਜੋਗੇ ਹੋ ਜਾਈਏ। ਰਮਾਇਣ ਅਤੇ ਵਿਸ਼ੇਸ਼ ਕਰਕੇ ਮਹਾਭਾਰਤ ਗਾਥਾ ਵਿੱਚ ਜੰਗ ਦਾ ਸਮਾਂ ਬਣ ਜਾਣ ਤੇ ਸਾਰੇ ਸੂਰਮੇ ਆਪਣੇ ਮਾਤਾ ਪਿਤਾ ਦੀ ਆਸ਼ੀਰਵਾਦ ਦਾ ਅਥਵਾ ਬਜ਼ੁਰਗਾਂ ਜਾਂ ਕਿਸੇ ਸਾਧ ਫਕੀਰ ਤੋਂ ਮਿਲੀ ਅਸੀਸ ਦਾ ਜਾਂ ਵਰ ਦਾ ਕਵਚ ਪਹਿਨ ਕੇ ਜੰਗ ਨੂੰ ਜਾਣ ਦਾ ਭਰਮ ਬੜਾ ਪ੍ਰਧਾਨ ਰੂਪ ਵਿੱਚ ਦਿਸਦਾ ਹੈ। ਮਹਾਭਾਰਤ ਦੇ ਜੰਗ ਦੇ ਮੈਦਾਨ ਵਿੱਚ ਭਗਵਾਨ ਕ੍ਰਿਸ਼ਨ ਜੀ ਅਰਜੁਨ ਨੂੰ ਆਖ ਕੇ ਉਸ ਕੋਲੋਂ ਦੁਰਗਾ ਦੇਵੀ ਦੀ ਆਰਾਧਨਾ ਕਰਵਾ ਕੇ ਦੇਵੀ ਨੂੰ ਪ੍ਰਗਟ ਕਰਾਉਂਦੇ ਹਨ ਅਤੇ ਉਸ ਦੇਵੀ ਕੋਲੋਂ ਵਿਜੇ ਸ਼੍ਰੀ ਦਾ ਕਵਚ ਅਰਜੁਨ ਨੂੰ ਪਵਾਉਂਦੇ ਹਨ। ਇਸ ਤਰ੍ਹਾਂ ਕਈ ਮੌਕਿਆਂ ਤੇ ਕਈਆਂ ਨੂੰ ਅਸੀਸਾਂ ਅਤੇ ਵਰਾਂ ਦੇ ਸੰਜੋਗ ਵੰਡੇ ਜਾਂਦੇ ਦਿਸ ਆਉਂਦੇ ਹਨ। ਗੁਰਦੇਵ ਜੀ ਮਨੁੱਖ ਲਈ ਕੇਵਲ ਰਾਮ ਨਾਮ ਦਾ ਕਵਚ ਹੀ ਲਾਹੇਵੰਦ ਦੱਸ ਕੇ ਵਰਾਂ ਅਥਾ ਅਸੀਸਾਂ ਦੇ ਕਵਚ ਵਾਲੇ ਇਸ ਕੋਝੇ ਭਰਮ ਦੀ ਖੰਡਨਾ ਬੜੇ ਨਿਆਰੇ ਢੰਗ ਨਾਲ ਕਰਦੇ ਹਨ। ਆਰਾਮ ਕਵਚ ਦਾਸ ਕਾ ਸਨਾਹ, ਦੂਤ ਦੁਸ਼ਟ ਤਿਸ ਪੋਹਤ ਨਾ। ਜੋ ਜੋ ਗਰਭ ਕਰੇ ਸੋ ਜਾਏ, ਗਰੀਬ ਦਾਸ ਕੀ ਪ੍ਰਭ ਸ਼ਰਨ ਆਏ। ਪੰਨਾ 868। ਪਾਰ ਬ੍ਰਹਮ ਜਪ ਪਹਿਰ ਸਨਾ, ਕੋਟ ਆਵਦ ਸਬੇਦਤ ਨਾ। ਪੰਨਾ 742। ਅਰਥ, ਹੇ ਭਾਈ, ਸਦਾ ਪਰਮਾਤਮਾ ਦੇ ਸਿਮਰਨ ਦੀ ਸੰਜੋਗ ਪਹਿਨੀ ਰੱਖ। ਇਸ ਸੰਜੋਗ ਨੂੰ ਕਾਮਾਦਿਕ ਕਰੋੜਾਂ ਆਵਦ ਹਥਿਆਰ ਵੇਦ ਵਿਨ ਨਹੀਂ ਸਕਦੇ। ਸਤਿਗੁਰੂ ਕਾ ਖੜਗ ਸੰਜੋਗ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਪੰਨਾ 312। ਭਾਵ, ਸਤਿਗੁਰੂ ਕੋਲੋਂ ਪ੍ਰਭੂ ਦੀ ਭਗਤੀ ਰੂਪੀ ਇੱਕ ਅਜਿਹੀ ਸੰਜੋਗ ਅਤੇ ਖੜਗ ਕਿਰਪਾਨ ਪ੍ਰਾਪਤ ਹੁੰਦੀ ਹੈ, ਜਿਸ ਦੇ ਧਾਰਨ ਨਾਲ ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਸਭ ਕੁਝ ਕਰਨ ਵਾਲਾ ਪਰਮਾਤਮਾ ਹੈ, ਕੋਈ ਜੀਵ ਉਸ ਦੇ ਭਾਣੇ ਨੂੰ ਪਲਟ ਨਹੀਂ ਸਕਦਾ। ਕਰਨ ਕਰਾਵਣ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰ। ਕਿਸੇ ਵੀ ਮਨੁੱਖ ਕੋਲ ਅੱਜ ਤਾਈਂ
ਅਜਿਹੀ ਕਰਾਮਾਤੀ ਸ਼ਕਤੀ ਨਹੀਂ ਆ ਸਕੀ ਜਿਸ ਨਾਲ ਮਨੁੱਖ ਮਾਤਰ ਨੂੰ ਸਮੂਹਕ ਲਾਭ, ਵਿਗਿਆਨੀਆਂ ਦੀਆਂ ਨਿਤ ਨਵੀਆਂ ਚਮਤਕਾਰੀ ਕਾਢਾਂ ਵਾਂਗ ਜਾਂ ਸਮੂਹਕ ਕਹਾਣੀ, ਮਾਰੂ ਹਥਿਆਰਾਂ ਅਥਵਾ ਤਬਾਹੀ ਕਰਨ ਵਾਲੀਆਂ ਜ਼ਹਿਰੀਲੀਆਂ ਗੈਸਾਂ ਵਾਂਗ ਪੁੱਜ ਸਕੀ ਹੋਵੇ। ਲੋਕਾਂ ਨੂੰ ਪ੍ਰਭਾਵਿਤ ਕਰਕੇ ਆਪਣੀ ਪੂਜਾ ਪ੍ਰਤਿਸ਼ਠਾ ਵਧਾਉਣ ਦੇ ਯਤਨ ਵਾਲੇ ਨਾਟਕ ਚੇਟਕ ਮਦਾਰੀ ਦੇ ਤਮਾਸ਼ੇ ਨਾਲੋਂ ਵੱਧ ਕੁਝ ਨਹੀਂ ਹਨ। ਭਾਵੇਂ ਵੱਡੇ ਤੋਂ ਵੱਡਾ ਸਿੱਧ ਸਾਧਕ, ਰਿਸ਼ੀ ਮੁਨੀ, ਪੀਰ ਫਕੀਰ ਆਦਿ ਧਾਰਮਿਕ ਪਹਿਰਾਵੇ ਵਾਲਾ ਵੱਡਾ ਡੇਰੇਦਾਰ ਹੈ, ਭਾਵੇਂ ਕੋਈ ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਹੈ, ਅਤੇ ਭਾਵੇਂ ਕੋਈ ਵੱਡੇ ਤੋਂ ਵੱਡਾ ਕਥਿਤ ਦੇਵੀ ਦੇਵਤਾ ਹੈ, ਸੰਸਾਰ ਦੀ ਅਜਿਹੀ ਨਾ ਕੋਈ ਸ਼ਕਤੀ ਹੈ ਅਤੇ ਨਾ ਹੀ ਕੋਈ ਵਿਅਕਤੀ ਹੈ ਜੋ ਪ੍ਰਭੂ ਦੇ ਦਰਬਾਰ ਵਿੱਚ ਉਸੇ ਤਰ੍ਹਾਂ ਦਾ ਮੰਗਤਾ ਨਹੀਂ ਹੈ ਜਿਵੇਂ ਕੋਈ ਨਿਤਾਣਾ ਗਰੀਬ ਜੀਵ ਉਸ ਦੇ ਦਰਬਾਰ ਦਾ ਭਿਖਾਰੀ। ਸਾਰਿਆਂ ਦਾ ਪਾਲਣਹਾਰ, ਖੈ ਕਰਨਹਾਰ ਉਹ ਆਪ ਹੀ ਹੈ। ਮਨੁੱਖ ਨੂੰ ਮਿਲਣ ਵਾਲੇ ਦੁੱਖ ਸੁੱਖ ਵੀ ਪ੍ਰਭੂ ਦੇ ਬਣਾਏ ਪੱਕੇ ਸਿਧਾਂਤ ਅਥਵਾ ਪ੍ਰਭੂ ਦੇ ਆਪਣੇ ਹੁਕਮ ਅਨੁਸਾਰ ਮਿਲਦਾ ਪੂਰਬਲੇ ਕਰਮਾਂ ਦਾ ਫਲ ਹੁੰਦੇ ਹਨ। ਹੁਕਮ ਲਿਖ ਦੁੱਖ ਸੁੱਖ ਪਾਈਐ, ਜਪ ਬਾਣੀ। ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀਂ ਜਾਏ। ਦੁੱਖਾਂ ਸੁੱਖਾਂ ਦੇ ਆਉਣ ਜਾਣ ਬਾਰੇ ਗੁਰਮਤਿ ਸਿਧਾਂਤ ਸਮਝਣ ਲਈ ਪੜ੍ਹੋ ਚੌਥਾ ਭਾਗ, ਕਾਂਡ ਤੀਜਾ, ਪ੍ਰਕਰਨ ਦੁੱਖ ਸੁੱਖ। ਅਤੇ ਫਿਰ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਪੰਨਾ 1030। ਅਤੇ ਫਿਰ ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਤਿਸੇ ਚਤਾਰ, ਪੰਨਾ 283। ਸੋ ਦੁੱਖਾਂ ਸੁੱਖਾਂ ਦੇ ਆਉਣ ਵਿੱਚ ਵੀ ਕਿਸੇ ਵਾਰ ਜਾਂ ਅਸੀਸ ਦਾ ਕੋਈ ਦਖਲ ਨਹੀਂ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 11ਵਾਂ, ਤੀਜੇ ਕਾਂਡ ਦਾ ਭਾਗ 5ਵਾਂ ਅਤੇ 6ਵਾਂ। ਲੇਖਕ ਗੁਰਬਖਸ਼ ਸਿੰਘ ਕਾਲਾ, ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।